वाला मेरे बहुत जिंदगी में इस खुशी से जमानदा सी लेकिन कार के मैंने जी नहीं सानू क्या पता किसका खादी दुकानी घर वाली दुकानी लड़ाई होनी तो ਅਸੀਂ ਖਾਦੀ ਉਸ ਵਾਲੇ ਕਿ ਅਸੀਂ ਕਿਹਨੂੰ ਇਲਜ਼ਾਮ ਲਾ ਦਈਏ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਅਸੀਂ ਕਿਹਾ ਚਲੋ ਖਾਣ ਦੇ ਟਿੰਡੇ ਲੈ ਲਈਏ ਸਾਨੂੰ ਤਾਂ ਇਹੀ ਜੋ ਬੋਲਬਾਣੀ ਵੀ ਹਰ ਚੀਜ਼ ਤੋਂ ਇਹ ਜਹਾਨ ਛੱਡ ਕੇ ਤੂੰ ਜਿੱਥੇ ਚਲੇ ਗਿਆ ਉਹ ਤੋਂ ਚਾਹ ਕੇ ਵੀ ਵਾਪਸ ਆ ਨਹੀਂ ਹੋਣਾ। ਅਫਸੋਸ ਜਿਨ੍ਹਾਂ ਨੂੰ ਤੂੰ ਚਾਹੁੰਦਾ ਸੀ, ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਸੀ, ਤੇਰੇ ਜਾਣ ਤੋਂ ਬਾਅਦ ਉਹਨਾਂ ਦੇ ਪੱਲੇ ਰਹਿ ਗਿਆ ਹੈ ਤਾਂ ਸਿਰਫ ਰੋਣਾ ਰੋਣਾ ਤੇ ਰੋਣਾ। ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਦੋਸਤੋ, ਅੱਜ ਦੀ ਜਿਹੜੀ ਖਬਰ ਹੈ ਇੱਕ ਸੁਸਾਈਡ ਉੱਤੇ ਹੈ। ਸੁਸਾਈਡ ਇਹੋ ਜਿਹੀ ਸਟੇਜ ਆ ਜਿੱਥੇ ਇਨਸਾਨ ਆਪਣੇ ਆਪ ਨੂੰ ਇੰਜਰ ਕਰਦਾ ਹੈ। ਐਕਸਟ੍ਰੀਮ ਸਿਚੁਏਸ਼ਨ ਹੈ ਜਿੱਥੇ ਉਹਦਾ ਇੰਟੈਂਟ ਖੁਦ ਨੂੰ ਖਤਮ ਕਰਨ ਦਾ ਹੁੰਦਾ। ਔਰ ਸੁਸਾਈਡ ਡਜ਼ਨਟ ਟੇਕ ਅਵੇ ਦਾ ਪੇਨ, ਰਾਦਰ ਸੁਸਾਈਡ ਗਿਵ ਦਾ ਪੇਨ ਟੂ ਯੂਰ ਲਵ ਵਨਸ ਆਫਟਰ ਯੂ। ਸੁਸਾਈਡ ਨੂੰ ਪੰਜਾਬੀ ਵਿੱਚ ਖੁਦਕੁਸ਼ੀ ਕਹਿੰਦੇ ਨੇ, ਪਰ ਅਸੀਂ ਕਿਸੇ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਹਦੇ ਪਰਿਵਾਰ ਦੇ ਨੇੜੇ ਹੋ ਕੇ ਦੇਖਿਆ ਤਾਂ ਇਹ ਖੁਦ ਦੇ ਚਾਹੁਣ ਵਾਲਿਆਂ ਨੂੰ ਤਕਲੀਫ ਦੇਣ ਵਾਲੀ ਸਿਚੁਏਸ਼ਨ ਹੈ। ਬਹੁਤ ਔਖੀ ਘੜੀ ਹੁੰਦੀ ਹੈ ਜਦੋਂ ਕੋਈ ਚਾਹੁਣ ਵਾਲਾ ਜਾਂ ਕਿਸੇ ਦਾ ਹਮਸਫਰ ਕਿਸੇ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਵੇ ਔਰ ਜ਼ਿੰਦਗੀ ਭਰ ਲਈ ਉਸ ਤੋਂ ਦੂਰ ਹੋ ਜਾਵੇ। ਦੋਸਤੋ, ਸੁਸਾਈਡ ਵਿੱਚ ਜਿਹੜਾ ਇਨਸਾਨ ਡਿਪਰੈਸ਼ਨ ਤੋਂ ਗੁਜ਼ਰ ਰਿਹਾ ਹੁੰਦਾ ਹੈ ਜਾਂ ਆਪਣੀ ਵੀਕਨੈਸਿਸ ਤੋਂ ਗੁਜ਼ਰ ਰਿਹਾ ਹੁੰਦਾ ਜਾਂ ਜ਼ਿੰਦਗੀ ਦੇ ਹਾਲਾਤਾਂ ਤੋਂ, ਭੈੜੇ ਹਾਲਾਤਾਂ ਤੋਂ ਗੁਜ਼ਰ ਰਿਹਾ ਹੁੰਦਾ, ਉਹਦੇ ਦਿਮਾਗ ਅੰਦਰ, ਮੈਂਟਲ ਸਟਰਕਚਰ ਅੰਦਰ ਇਹੋ ਜਿਹੀ ਮੈਸ ਚੱਲ ਰਹੀ ਹੁੰਦੀ ਹੈ ਕਿ ਉਸ ਤੋਂ ਬਾਹਰ ਹੀ ਨਹੀਂ ਆ ਪਾਉਂਦਾ ਅਤੇ ਆਖਰ ਨੂੰ ਆਪਣੀ ਜ਼ਿੰਦਗੀ ਨੂੰ ਤਿਆਗ ਦਿੰਦਾ, ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੰਦਾ। ਇਹ ਵੀ ਨਹੀਂ ਸੋਚਦਾ ਕਿ ਰੀਅਲ ਲਾਈਫ ਅਤੇ ਰੀਅਲ ਲਾਈਫ ਦਾ ਬਹੁਤ ਫਰਕ ਹੈ। ਬੰਦਾ ਇਹ ਜ਼ਰੂਰ ਕਹਿੰਦਾ ਕਿ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਮੇਰੀ ਵੈਲਿਊ ਕੀ ਹੈ, ਪਰ ਫਿਰ ਤੋਂ ਅਫਸੋਸ ਕਿ ਜਦੋਂ ਤੁਸੀਂ ਇੱਕ ਵਾਰ ਜਹਾਨ ਛੱਡ ਦਿੰਦੇ ਆ ਉਸ ਤੋਂ ਬਾਅਦ ਕੋਈ ਐਡਿਟ ਨਹੀਂ ਹੈ, ਕੋਈ ਰੀਟੇਕ ਨਹੀਂ ਹੈ, ਤੁਸੀਂ ਇਸ ਜਹਾਨ ਵਿੱਚ ਵਾਪਸ ਨਹੀਂ ਆ ਸਕਦੇ। ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਬੰਦਾ ਜੰਮਣ ਤੋਂ ਪਹਿਲਾਂ ਕਿੱਥੇ ਹੁੰਦਾ ਹੈ ਅਤੇ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਇਹ ਕਿਸੇ ਨੂੰ ਨਹੀਂ ਪਤਾ। ਲੇਕਿਨ ਹੁਣ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਦੇ ਥਰੂ ਅਸੀਂ ਕੋਈ ਮਸਾਲਾ ਨਹੀਂ ਲਾਉਣਾ ਚਾਹੁੰਦੇ ਜਾਂ ਖਬਰ ਨੂੰ ਵਧਾ ਚੜ੍ਹਾ ਕੇ ਚਲਾਉਣਾ ਨਹੀਂ ਚਾਹੁੰਦੇ, ਬਸ ਤੁਹਾਨੂੰ ਸਿਰਫ ਸਮਝਾਉਣਾ ਚਾਹੁੰਦੇ ਹਾਂ। ਜਦੋਂ ਤੁਸੀਂ ਇੱਕ ਘਿਨਾਉਣੀ ਹਰਕਤ ਕਰ ਲੈਂਦੇ ਹੋ, ਮੈਂ ਘਿਨਾਉਣੀ ਹੀ ਕਹਾਂਗਾ ਕਿਉਂਕਿ ਰੱਬ ਤੁਹਾਨੂੰ ਜ਼ਿੰਦਗੀ ਦਿੰਦਾ ਅਤੇ ਤੁਹਾਨੂੰ ਕੋਈ ਹੱਕ ਨਹੀਂ ਆ ਤੁਸੀਂ ਰੱਬ ਦੀ ਦਿੱਤੀ ਹੋਈ ਜ਼ਿੰਦਗੀ ਨੂੰ ਖਤਮ ਕਰੋ। ਜਦੋਂ ਤੁਸੀਂ ਇਹੋ ਜਿਹਾ ਐਕਸਟ੍ਰੀਮ ਸਟੈਪ ਚੱਕਦੇ ਉਸ ਤੋਂ ਬਾਅਦ ਜਿਸ ਪਰਿਵਾਰ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਉਹਨਾਂ ਦੇ ਹਾਲਾਤ ਕਿਹੋ ਜਿਹੇ ਹੁੰਦੇ ਆ, ਤੁਹਾਨੂੰ ਸਿਰਫ ਇਹੀ ਦਿਖਾਉਣੇ ਆ। ਇੱਕ ਲੜਕਾ ਜਿਸ ਦਾ ਨਾਮ ਸੰਦੀਪ ਸੀ, ਤਕਰੀਬਨ 29 ਸਾਲ ਉਮਰ ਸੀ, ਉਹਨਾਂ ਦੇ ਘਰ ਲੰਬੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਉਸਦੀ ਵਾਈਫ ਨੇ ਜਿਵੇਂ ਸਾਨੂੰ ਦੱਸਿਆ, ਜਦ ਉਸਦੇ ਸੁਸਾਈਡ ਕਰਨ ਤੋਂ ਬਾਅਦ ਅਸੀਂ ਉਸਦੇ ਘਰ ਪਹੁੰਚਦੇ ਹਾਂ, ਉਸਦੀ ਵਾਈਫ ਨਾਲ ਮੁਲਾਕਾਤ ਹੁੰਦੀ ਹੈ। ਉਸਦੀ ਵਾਈਫ ਰੋਂਦੀ ਹੈ, ਵਿਲਕਦੀ ਹੈ, ਕਰਲਾਉਂਦੀ ਹੈ ਔਰ ਬਾਰ-ਬਾਰ ਕਹਿੰਦੀ ਹੈ, ਜਦੋਂ ਰੋਂਦੀ ਦੇਖ ਕੇ, ਵਿਲਕਦੀ ਦੇਖਦੇ ਸਾਡਾ ਹਿਰਦਾ ਵਲੂੰਦਰਿਆ ਗਿਆ। ਲਿਟਰਲੀ ਆਈ ਹੈਵ ਸੀਨ ਮੋਇਸਚਰ ਇਨ ਮਾਈ ਆਈਜ਼, ਆਈ ਹੈਵ ਫੀਲ ਮੋਇਸਚਰ ਇਨ ਮਾਈ ਆਈਜ਼। ਉਹ ਔਰਤ ਬਾਰ-ਬਾਰ ਰੋ ਕੇ ਸਾਨੂੰ ਕਹਿੰਦੀ ਆ ਕਿ ਭਾਜੀ ਮੇਰੀ ਗਊ ਚਲੇ ਗਈ, ਮੇਰੀ ਗਊ ਲਿਆ ਦਿਓ। ਮੇਰਾ ਹਸਬੈਂਡ ਗਊ ਸੀ, ਮੇਰਾ ਹਸਬੈਂਡ ਬੇਸ਼ੱਕ ਦਿਹਾੜੀ ਕਰਦਾ ਸੀ ਪਰ ਮੈਨੂੰ ਵੱਡੇ ਘਰਾਂ ਦੀਆਂ ਔਰਤਾਂ ਵਾਂਗ ਹਰ ਇੱਕ ਮੇਰੀ ਚੀਜ਼, ਹਰ ਇੱਕ ਜ਼ਰੂਰਤ ਪੂਰੀ ਕਰਦਾ ਸੀ। ਹੁਣ ਮੈਨੂੰ ਮੇਰਾ ਹਸਬੈਂਡ ਕਿੱਥੋਂ ਮਿਲੂਗਾ? ਜਦੋਂ ਇਹ ਗੱਲਾਂ ਸੁਣਦੇ ਹਾਂ ਤਾਂ ਮਨ ਰੋਂਦਾ ਹੈ। ਇੱਕ ਵਾਰੀ ਦੇਖੋ ਜ਼ਰਾ ਤਸਵੀਰਾਂ। ਮੇਰਾ ਕਾਰ ਵਾਲਾ ਬਹੁਤ ਸੋਹਣਾ ਸੀਗਾ, ਮੈਂ ਤਾਂ ਨਹੀਂ ਕਿਸੇ ਨੂੰ ਦੱਸਦੀ ਸੀ। ਮੇਰਾ ਕਾਰ ਵਾਲਾ ਮੇਰੇ ਬਹੁਤ ਜ਼ਿੰਦਗੀ में इस खुशी से जमानदा सी लेकिन कार के मैंने जी नहीं देते थे, अलग रहंदे सीगे।
अंकल जी अब मेरे मुंडे ने कौन संभालेगा? कार कन्ने खा लिया और 4 गुआंढी हैगे और कार के सारे बंदे जठानी छोड़ के। मेरी जठानी मेरी साथ देंदी, मेरी जठानी तो मेरी भैन हैगी आ। बेटे क्या बात हुई थी बताइए। अंकल जी कार च सुख में रहने ही नहीं देंदे सी, असी अलग रहंदे सी। साडी देवरानी आई आ, वो मेरे गांव का नाम के मैंने गाला कटती सी गांव की। तो साडे गुआंढी रहती उसकी फुआ और उसका चाचा, वो कहंदा मेरी कुड़ी हैगी, मेरे घर वाली नूं धमकियां दित्ती। वो सोहरा भी लड़दा सी, देवर भी जेठ तर वाला चकदा सी, और थप्पड़ मारदा सीगा। ओ भैया हाँ जी, ਤੁਹਾਡੇ ਹਸਬੰਡ ਦਾ ਕੀ ਨਾਮ ਸੀ? हस्बैंड मेरे संदीप कुमार। ਸੰਦੀਪ ਨੇ ਕਿਉਂ ਰਾਤੀ ਕਿਉਂ ਜਿਹੜਾ ਸੁਸਾਈਡ ਕਿਉਂ ਕੀਤਾ, ਸਰਬਾਤ ਕਿਉਂ ਖਾਦੀ? क्यों कीती के सारे कार कन्ने 4 पड़ोसियों ने बहुत तंग किता सीगा, धमकियां देंदे सीगे मरवा देंगे। ਕੀ ਹੋਇਆ ਕੀ? काम तो जाके गई, कहंदी मरवा देंगे अपने मुंडे नाल। वो सोहरा भी कहंदा मर जा रामजादे। सोहरा भी खुश हो गया, सारे कार के खुश हो गए पाजी। सारे कार के खुशियां मना ले। मैं मेरे मुंडे नूं मार दो तुसी, मैं मेरे मुंडे नूं मार दो, कोई दवाई दे दो इदां दी। चुप कर जा, मेरे मुंडे नूं मैनूं मार दो, मैनूं मेरे मुंडे नूं मार दो कोई, मैं मर जाऊंगी। मेरा घर वाले मांगू किसी का घर वाला नहीं होगा। मेरी 15 दिन हो गए गौती मेरे घर वाला कसाई थे, मेरे घर के मेरे घर वाला गौती वो कसाई थे। ਕਿਉਂ ਤੁਹਾਡੇ ਘਰ ਵਾਲੇ ਨੇ ਕਿਉਂ ਇਦਾਂ ਕਿਉਂ ਕਰਦੇ ਸੀ? ਅਸੀਂ ਅਲੱਗ ਰਹਿੰਦੇ ਸੀ, ਕਹਿੰਦੇ ਪੈਸੇ ਦੋ। ਮੇਰਾ ਸਾਡਾ ਮੁੰਡਾ ਹੈਗਾ, ਜੇਠ ਕੰਮ ਨਹੀਂ ਕਰਦਾ, 2-3 ਸਾਲ ਹੋ ਗਏ ਉਹਦੇ ਕੁਝ ਬਿਮਾਰ ਰਹਿੰਦਾ। ਕਹਿੰਦਾ ਪੈਸੇ ਦੋ ਪੈਸੇ ਦੋ। ਅਸੀਂ ਕਿੱਥੇ ਪੈਸੇ ਦਈਏ? ਆਪਰੇਸ਼ਨ ਨਾਲ ਮੁੰਡਾ ਹੋਇਆ। ਮੇਰਾ ਘਰ ਵਾ ਦਿਹਾੜੀ ਕਰਦਾ ਸੀਗਾ ਮੰਡੀ 'ਚ, ਰੋਜ਼ ਕੰਮ ਤੋਂ ਜਾਂਦਾ ਸੀ, ਇੱਕ ਦਿਨ ਨਹੀਂ ਬੈਠਦਾ ਸੀਗਾ, ਇੱਕ ਦਿਨ ਨਹੀਂ ਬੈਠਦਾ ਸੀ। ਰੋਜ਼ੀ ਕੰਮ ਪੈ ਜਾਣਾ, ਰੋਜ਼ੀ ਕੰਮ ਪੈ ਜਾਣਾ, ਰੋਜ਼ੀ ਮੈਨੂੰ ਏਦਾਂ ਚੀਜ਼ਾਂ ਦਿਲਾਂਦਾ ਸੀ ਜਿੱਦਾਂ ਵੱਡੇ ਲੋਕੀ ਪਾਉਂਦੇ ਖਾਂਦੇ। ਸੋਹਰੇ ਨੇ ਮੈਨੂੰ ਕਟਿਆ ਜਦੋਂ ਮੈਨੂੰ ਮੇਰੇ ਘਰਵਾਲੇ ਨੂੰ ਲੈ ਕੇ ਚੱਲੇ। ਮੈਂ ਕਿ ਆਪਣੇ ਭਰਾ ਨੂੰ ਫੋਨ ਕਰਨਾ, ਮੈਂ ਕਹਿੰਦਾ ਨਹੀਂ ਕਰਨਾ, ਮੋਬਾਈਲ ਛਡਾਉਣ ਲੱਗਿਆ। ਤੁਸੀਂ ਸੰਦੀਪ ਦੀ ਵਾਈਫ ਦੇ ਮਨ ਦੇ ਵਲਵਲੇ ਦੇਖ ਲਏ। ਉਸਨੇ ਕਿਹਾ ਕਿ ਉਸਦੇ ਸਹੁਰੇ ਦੇ ਕਰਕੇ, ਉਸਦੇ ਗੁਆਂਢੀਆਂ ਕਰਕੇ ਉਸਦੇ ਹਸਬੈਂਡ ਨੇ ਸੁਸਾਈਡ ਕੀਤਾ। ਪਰ ਉਸ ਤੋਂ ਬਾਅਦ ਜਦ ਉਸਦੇ ਸਹੁਰੇ ਨਾਲ ਗੱਲ ਕੀਤੀ, ਉਸਨੇ ਦੱਸਿਆ ਕਿ ਉਸਨੇ ਕੋਈ ਕੁੱਟਮਾਰ ਨਹੀਂ ਕੀਤੀ ਆਪਣੀ ਬਹੂ ਦੇ ਨਾਲ। ਹਾਲਾਂਕਿ ਉਸਨੇ ਆਪਣੀ ਬਹੂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਦੋਂ ਥੱਲੇ ਗਿਰ ਗਈ ਸੀ। ਉਸਨੇ ਕਿਹਾ ਬੇਟਾ ਮੇਰਾ ਵੀ ਹੈ ਦੁੱਖ, ਮੈਨੂੰ ਵੀ ਆਂਢੀ ਗੁਆਂਢੀ ਕਹਿ ਰਹੇ ਸੀ ਕਿ ਪਿਓ ਤਾਂ ਗੁੱਸੇ ਵਿੱਚ ਕਹਿ ਹੀ ਦਿੰਦੇ ਆ ਜਾਂ ਮਰ ਜਾ, ਘਰੋਂ ਬਾਹਰ ਚਲੇ ਜਾ। ਪਰ ਸ਼ਾਇਦ ਸੰਦੀਪ ਇੰਨਾ ਕੁ ਸੈਂਸਿਟਿਵ ਸੀ ਕਿ ਉਹਨੇ ਗੱਲ ਦਿਲ 'ਤੇ ਲਾ ਲਈ। ਉਸਦੇ ਪਿਓ ਨੇ ਕਿਹਾ ਰਾਤੀ 9 ਵਜੇ ਅਸੀਂ ਖਾਣਾ ਖਾ ਕੇ ਸੋ ਗਏ ਅਤੇ ਸੰਦੀਪ ਨੇ ਰਾਤੀ 1 ਵਜੇ ਇਕਾਰਾ ਕੀਤਾ ਹੈ। ਉਸ ਦੌਰਾਨ 9 ਵਜੇ ਤੋਂ ਲੈ ਕੇ 1 ਵਜੇ ਤੱਕ ਹਸਬੈਂਡ ਵਾਈਫ ਵਿੱਚ ਕੀ ਹੋਇਆ ਆਈ ਡੋਂਟ ਨੋ, ਮੈਨੂੰ ਨਹੀਂ ਪਤਾ। ਤਾਂ ਸਿਚੁਏਸ਼ਨ ਇਹ ਹੈ ਜੀ ਕਿ ਸੰਦੀਪ ਦੀ ਵਾਈਫ ਨੇ ਆਪਣੇ ਸਹੁਰੇ 'ਤੇ ਅਤੇ ਪਰਿਵਾਰ 'ਤੇ ਐਲੀਗੇਸ਼ਨ ਲਾਏ ਅਤੇ ਉਸਦੇ ਸਹੁਰੇ ਨੇ ਆਪਣੀ ਨੂੰਹ 'ਤੇ ਐਲੀਗੇਸ਼ਨ ਲਗਾਤੇ, ਪਰ ਐਵੀਡੈਂਸ ਕੋਈ ਵੀ ਨਹੀਂ ਸੀ, ਕੋਈ ਸੁਸਾਈਡ ਨੋਟ ਨਹੀਂ ਹੈ। ਪਰ ਫਿਰ ਗੱਲ ਉੱਥੇ ਆ ਕੇ ਰੁਕ ਜਾਂਦੀ ਹੈ। ਦੁੱਖ ਘਰ ਵਾਲੀ ਨੂੰ ਵੀ ਹੈ, ਦੁੱਖ 2 ਸਾਲ ਦੇ ਮਾਸੂਮ ਬੱਚੇ ਨੂੰ ਵੀ ਹੈ ਜਿਹਨੂੰ ਹਰ ਜਗ੍ਹਾ ਆਪਣੇ ਪਿਓ ਦੀ ਜ਼ਰੂਰਤ ਪਏਗੀ, ਅਤੇ ਦੁੱਖ ਪਿਓ ਨੂੰ ਵੀ ਹੈ, ਮਾਂ ਨੂੰ ਵੀ ਹੈ, ਕਿਉਂਕਿ ਮਾਂ ਪਿਓ ਨੇ ਪੁੱਤ ਨੂੰ 29 ਸਾਲ ਪਾਲਿਆ ਵੀ ਹੈ। ਪੁੱਤ ਉਸੇ ਘਰ ਵਿੱਚ ਫਸਟ ਫਲੋਰ 'ਤੇ ਰਹਿ ਰਿਹਾ ਸੀ ਜਿਸ ਘਰ ਵਿੱਚ ਮਾਂ ਪਿਓ ਰਹਿੰਦੇ ਸੀ। ਸੁਣਦੇ ਇੱਕ ਵਾਰੀ ਪਿਓ ਨੇ ਕੀ ਕਿਹਾ। ਸੰਦੀਪ ਦੇ ਫਾਦਰ ਸਾਡੇ ਨਾਲ ਮੌਜੂਦ ਨੇ। ਅੰਕਲ ਕੀ ਹੋਇਆ ਸੀ ਰਾਤੀ? ਸੰਦੀਪ ਨੇ ਖੁਦਕੁਸ਼ੀ ਕਿਉਂ ਕੀਤੀ? ਸਾਨੂੰ ਤਾਂ ਬਾਰੇ ਕੁਝ ਪਤਾ ਨਹੀਂ। ਅਸੀਂ ਤਾਂ 9 ਵਜੇ ਰਾਤ ਨੂੰ ਅਸੀਂ ਤਾਂ ਰੋਟੀ ਪਾਣੀ ਖਾ ਕੇ ਪੈ ਗਏ। ਰਾਤ ਨੂੰ ਸਾਨੂੰ 1 ਵਜੇ ਰਾਤ ਨੂੰ ਪਤਾ ਲੱਗਿਆ ਹੈਗਾ ਤੇ ਰੌਲਾ ਮਚਿਆ ਹੈਗਾ। ਝਗੜਾ ਹੋਇਆ ਸੀ ਕੱਲ ਰਾਤੀ? ਨਹੀਂ ਝਗੜਾ ਕਰ ਨਹੀਂ ਹੋਇਆ, ਕੁਝ ਵੀ ਨਹੀਂ ਹੋਇਆ ਹੈਗੀ ਜੀ। ਹਾਂਜੀ, ਤੁਹਾਡੀ ਬਹੂ ਕਹਿੰਦੀ ਹੈ ਕਿ ਜਦੋਂ ਤੁਹਾਡੇ ਬੇਟੇ ਨੇ ਸਲਫਾਸ ਖਾ ਲਈ ਉਸ ਤੋਂ ਬਾਅਦ ਵੀ ਤੁਸੀਂ ਉਹਦੇ ਮੁੱਕੇ ਮਾਰੇ ਆ, ਇਹ 'ਚ ਕਿੰਨੀ ਕੁ ਸੱਚਾਈ? ਕੋਈ ਨਹੀਂ ਮਾਤੇ ਇਲਜ਼ਾਮ ਲਾਉਂਦੇ ਮੇਰੇ ਉੱਪਰ ਤੋਂ। ਮੈਂ ਤਾਂ ਕੁਝ ਵੀ ਨਹੀਂ, ਜਿੱਦਾਂ ਕਿਸੇ ਨੂੰ ਫੜਨਾ ਗੁਨਾਹ ਹੈਗਾ, ਜਿੱਦਾਂ ਕੋਈ ਥੱਲੇ ਡਿੱਗਿਆ ਹੋਵੇ ਤਾਂ। ਥੱਲੇ ਕੌਣ ਡਿੱਗਿਆ ਸੀ? 9 ਡਿੱਗੀ ਸੀਗੀ ਜੀ। ਅੱਛਾ, ਹਾਂਜੀ। ਪਰ ਮਤਲਬ ਇੱਦਾਂ ਦੀ ਕੀ ਗੱਲ ਹੋ ਗਈ ਕਿ ਤੁਹਾਡਾ ਬੇਟਾ ਇੰਨਾ ਸੈਂਸਿਟਿਵ ਸੀ, ਇਹਨੂੰ ਕੋਈ ਗੱਲ ਮੰਨਣ ਨੂੰ ਲੱਗ ਗਿਆ? ਕੁਝ ਵੀ ਨਹੀਂ ਸੀਗਾ ਜੀ। ਇਹਨਾਂ ਦੇ ਆਪਸ ਵਿੱਚ ਝਗੜਾ ਹੁੰਦਾ ਸੀ, ਇਹਨਾਂ ਦੇ ਦੋਨਾਂ ਦੇ ਵਿੱਚ। ਸਾਨੂੰ ਕੀ ਪਤਾ ਜੀ, ਅਸੀਂ ਆਪਣੇ ਕਮਰੇ ਜਾਂਦੇ, ਰਾਤ ਨੂੰ ਸੋ ਜਾਂਦੇ ਸੀਗੇ। ਸੰਦੀਪ ਰਹਿੰਦਾ ਕਿੱਥੇ ਸੀ? ਉੱਪਰ ਰਹਿੰਦਾ ਸੀਗਾ ਜੀ। ਤੇ ਫਿਰ ਸਲਫਾਸ ਉਹਨੇ ਰਾਤ ਨੂੰ ਖਾਧੀ ਆ ਕਿ 9 ਵਜੇ ਖਾਧੀ? ਪਤਾ ਨਹੀਂ ਸਾਨੂੰ। ਉਸ ਬਾਅਦ ਅਸੀਂ ਰੋਟੀ ਪਾਣੀ ਖਾ ਕੇ ਪੈ ਜਾਂਦੇ, ਸਾਨੂੰ ਕੀ ਪਤਾ ਜੀ ਰਾਤ ਨੂੰ ਕੀ ਕਰਦੇ ਕੀ ਨਹੀਂ ਕਰਦੇ।
ਤੇ ਫਿਰ ਹਸਪੀਟਲ ਕਿੰਨੇ ਵਜੇ ਲੈ ਕੇ ਗਏ ਸੰਦੀਪ? ਅਸੀਂ ਰਾਤ ਨੂੰ 1 ਵਜੇ ਲੈ ਕੇ ਗਏ ਜੀ। ਤੁਸੀਂ ਲੈ ਕੇ ਗਏ ਆ ਕਿ ਲੜਕੀ? ਮੁੰਡਾ ਲੈ ਕੇ ਗਿਆ ਸੀ ਦੂਗਾ ਛੋਟਾ ਵਾ। ਛੋਟਾ ਵਾਲਾ। ਹਾਂਜੀ। ਫਿਰ ਤੁਹਾਨੂੰ 1 ਵਜੇ ਕਿਹਨੇ ਦੱਸਿਆ ਕਿ ਸਲਫਾਸ ਖਾ ਲਈ? ਉਹਨਾਂ ਨੇ ਨੂੰਹ ਨੇ ਦੱਸਿਆ ਹੈਗਾ। ਅੱਛਾ। ਹਾਂ, ਨੂੰਹ ਨੇ ਦੱਸਿਆ ਹੈਗਾ। ਤੇ ਫਿਰ ਜਾ ਕੇ ਡੈਥ ਕਿੱਥੇ ਹੋਈ ਹੈ? ਚੰਡੀਗੜ੍ਹ ਡੈਥ ਹੋਈ ਹੈ? ਚੰਡੀਗੜ੍ਹ ਦੇ ਉੱਥੇ ਜਾ ਕੇ ਹੋਈ ਹੈ ਜੀ। ਹਾਂਜੀ। ਜਿਸ ਸਮੇਂ ਅਸੀਂ ਇਸ ਸਿਚੁਏਸ਼ਨ ਤੇ ਮੌਜੂਦ ਸੀ, ਲੜਕੀ ਪਰਿਵਾਰ ਅਤੇ ਲੜਕੇ ਪਰਿਵਾਰ ਵਿੱਚ ਆਪਸ 'ਚ ਤਕਰਾਰਬਾਜੀ ਹੋਈ, ਤਲਖੀ ਹੋਈ। 174 ਦੀ ਕਾਰਵਾਈ ਵੀ ਕੀਤੀ ਪੁਲਿਸ ਪ੍ਰਸ਼ਾਸਨ ਨੇ, ਪਰ ਬਾਅਦ ਵਿੱਚ ਸਮਝੌਤਾ ਹੁੰਦਾ ਹੈ। मानिया नहीं, कहना मेरा बेटा मर जाए मैं हो ले आऊँगा। इसे ये भी किया है कि तू इधर किधर मतलब बच्चे थोड़ी है कि चाहे चक लो, इसकी 100 गलतियाँ हैगी। मैं कहता जो जब मेरी सज़ा हो जाए वो की इंक्वायरी नहीं कर जी गलती है वो कहती है। ਵਧੀਆ ਸੀਗਾ ਨਾ, ਕੋਈ ਖਾਂਦਾ ਪੀਂਦਾ ਵੀ ਨਾ, ਮਤਲਬ ਨਹੀਂ ਕਿ ਚਲੋ ਖਾਂਦੇ ਪੀਂਦੇ ਲੈ ਲਈਏ। ਸਾਨੂੰ ਤਾਂ ਇਹੀ ਬੋਲਬਾਣੀ ਵੀ ਹਰ ਚੀਜ਼ ਤੋਂ ਵਧੀਆ ਬੋਲਬਾਣੀ ਹੈ, ਕਿਸੇ ਨਾਲ ਝਗੜਾ ਨਹੀਂ, ਕੁਛ ਨਹੀਂ। ਸਾਨੂੰ ਤਾਂ ਇਸ ਗੱਲ ਦਾ ਪਤਾ। ਥੋੜਾ ਜ਼ਿਆਦਾ ਸੈਂਸਿਟਿਵ ਸੀ, ਭਾਵੁਕ ਸੀ ਸੰਦੀਪ? ਨਹੀਂ, ਠੀਕ ਸੀਗਾ, ਭਾਵਕ ਸਿਹਤ ਠੀਕ ਸੀ ਉਹਦਾ? ਕੋਈ ਮਾਨਸਿਕ ਪਰੇਸ਼ਾਨੀ ਤਾਂ ਨਹੀਂ, ਕੋਈ ਮਾਨਸਿਕ ਪਰੇਸ਼ਾਨੀ ਨਹੀਂ ਸੀਗੀ। ਹੁਣ ਲੜਕੇ ਦਾ ਫਾਦਰ ਇਸ ਚੀਜ਼ ਤੇ ਐਗਰੀ ਹੁੰਦਾ, ਜਿਵੇਂ ਦੱਸਿਆ ਗਿਆ ਹੈ ਕਿ ਲੜਕੇ ਦਾ ਫਾਦਰ ਐਗਰੀ ਹੁੰਦਾ ਕਿ ਆਪਣੀ ਬਹੂ ਨੂੰ 1.5 ਲੱਖ ਰੁਪਈਆ ਦੇਗਾ, ਜਿਸ ਪੋਰਸ਼ਨ ਵਿੱਚ ਉਹ ਰਹਿ ਰਹੀ ਉੱਥੇ ਰਹੇਗੀ ਤੇ ਆਪਣੇ ਪੋਤੇ ਦੀ ਕੇਅਰ ਵੀ ਕਰੇਗਾ। ਪਰ ਫਿਰ ਸੋਚਦੇ ਹਾਂ ਸਮਝੌਤਾ ਹੋ ਗਿਆ। ਸੰਦੀਪ ਜਿਸ ਜਹਾਨ ਵਿੱਚ ਵੀ ਹੈ, ਹਾਲਾਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੌਤ ਤੋਂ ਬਾਅਦ ਕੀ ਹੁੰਦਾ ਕਿਸੇ ਨੂੰ ਨਹੀਂ ਪਤਾ। ਸੰਦੀਪ ਤੱਕ ਮੰਨ ਲੈਂਦੇ ਹਾਂ, ਸਪੋਜ਼ ਕਰ ਲੈਂਦੇ ਹਾਂ, ਖਬਰ ਪਹੁੰਚਦੀ ਆ ਕਿ ਉਸ ਦਾ ਥਾਟ ਪ੍ਰੋਸੈਸ ਫਿਰ ਚੇਂਜ ਹੋ ਸਕਦਾ ਹੈ, ਸਮਾਂ ਵਾਪਸ ਉੱਥੇ ਆ ਸਕਦਾ ਹੈ। ਸੰਦੀਪ ਇਸ ਚੀਜ਼ ਨੂੰ ਇੰਜੋਏ ਕਰ ਪਾਏਗਾ, ਸਮਝ ਪਾਏਗਾ, ਇਸ ਦੁਨੀਆ ਵਿੱਚ ਵਾਪਸ ਆ ਪਾਏਗਾ ਕਿ ਉਸ ਦਾ ਪਿਓ ਉਸ ਦੀ ਘਰਵਾਲੀ ਨੂੰ ਸਨਮਾਨ ਦੇਵੇਗਾ। ਉਹਨੇ ਇਸ ਚੀਜ਼ ਮੰਨੀ ਹੈ ਬੰਦਿਆਂ ਵਿੱਚ। ਉਸ ਦੀ ਵਾਈਫ ਨੂੰ ਉਹ 1.5 ਲੱਖ ਰੁਪਇਆ ਦੇਗਾ, ਉਸ ਦੇ ਬੱਚੇ ਦੀ ਟੇਕ ਕੇਅਰ ਕਰੇਗਾ, ਉਹਨਾਂ ਨੂੰ ਘਰੋਂ ਨਹੀਂ ਕੱਢੇਗਾ। ਨਹੀਂ, ਜਿਸ ਜਹਾਨ 'ਚ ਸੰਦੀਪ ਚਲਾ ਗਿਆ ਉੱਥੋਂ ਵਾਪਸ ਨਹੀਂ ਆਉਣਾ। ਡਾਕਟਰ ਕਿਉਂ ਕਹਿੰਦੇ ਨੇ ਕਿ ਹਵਾ ਪਾਣੀ ਬਦਲ ਦਿਓ, ਸਥਿਤੀ ਬਦਲ ਦਿਓ, ਬੰਦੇ ਦਾ ਮਨ ਬਦਲ ਜਾਏਗਾ, ਵਿਚਾਰ ਬਦਲ ਜਾਏਗਾ? ਉਸ ਦਾ ਕਾਰਨ ਹੀ ਇਹੀ ਹੈ ਕਿ ਜਦ ਤੁਸੀਂ ਡਿਪਰੈਸ ਹੋ ਜਾਂਦੇ ਆ, ਤੁਹਾਡੇ ਬ੍ਰੇਨ 'ਚੋਂ ਕੁਝ ਕੈਮੀਕਲ ਰਿਲੀਜ਼ ਹੋਣੇ ਬਹੁਤ ਜ਼ਰੂਰੀ ਹੈ। ਤੁਸੀਂ ਇਹ ਜ਼ਿੰਦਗੀ ਨਹੀਂ ਬਣਾਈ ਤਾਂ ਤੁਹਾਨੂੰ ਕੋਈ ਹੱਕ ਵੀ ਨਹੀਂ ਹੈ ਕਿ ਤੁਸੀਂ ਇਸ ਨੂੰ ਡਿਸਟਰੋਏ ਕਰੋ। ਇੱਕ ਬੂੰਦ ਤੋਂ ਸਰੀਰ ਬਣਦਾ ਹੈ, ਕਿਵੇਂ ਬਣਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ, ਪਰ ਜੋ ਇਸ ਬੂੰਦ ਤੋਂ ਸਰੀਰ ਬਣਾਉਂਦਾ ਹੈ ਉਹ ਤੁਹਾਨੂੰ ਪਾਣੀ ਫਰੀ ਦਿੰਦਾ ਹੈ, ਹਵਾ ਫਰੀ ਦਿੰਦਾ ਹੈ, ਉਹ ਤੁਹਾਨੂੰ ਸੋਚ ਫਰੀ ਦਿੰਦਾ। ਤੁਸੀਂ ਕਿਸ ਮਰਜ਼ੀ ਕੋਨੇ ਵਿੱਚ ਲੁਕ ਜਾਓ, ਉਹ ਤੁਹਾਡੇ ਤੱਕ ਰੌਸ਼ਨੀ ਵੀ ਪਹੁੰਚਾ ਦਿੰਦਾ, ਤੁਹਾਡੇ ਤੱਕ ਆਕਸੀਜਨ ਪਹੁੰਚਾ ਦਿੰਦਾ। ਜਦੋਂ ਤੁਸੀਂ ਡਿਪਰੈਸ ਹੁੰਦੇ ਆ ਤੁਹਾਨੂੰ ਅੰਦਰੋਂ ਸ਼ਕਤੀ ਵੀ ਦਿੰਦਾ ਹੈ। ਤਾਂ ਯਾਰ ਕਿਉਂ ਨਾ ਅਸੀਂ ਉਸ ਦੇ ਨਾਲ ਰਲੀਏ? ਇਸ ਮਟੀਰੀਅਲਿਸਟਿਕ ਦੁਨੀਆ ਨੂੰ ਕਿਉਂ ਨਹੀਂ ਸਮਝ ਪਾਉਂਦੇ? ਕਿਉਂ ਸਾਡੇ 'ਤੇ ਡਿਪਰੈਸ਼ਨ ਇੰਨਾ ਹਾਵੀ ਹੋ ਜਾਂਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ? ਕਿਉਂ ਨਹੀਂ ਅਸੀਂ ਥੋੜ੍ਹੀ ਦੇਰ ਲਈ ਸਮਝ ਪਾਉਂਦੇ ਕਿ ਇਹ ਸਿਚੁਏਸ਼ਨਲਸ ਚੀਜ਼ਾਂ ਨੇ। ਅੱਜ ਕੋਈ ਗੁੱਸੇ 'ਚ ਹੈ ਤਾਂ ਕੱਲ੍ਹ ਮੇਰੇ ਨਾਲ ਉਹਦੀ ਦੋਸਤੀ ਵੀ ਹੋ ਸਕਦੀ, ਸਹਿਮਤੀ ਵੀ ਹੋ ਸਕਦੀ ਹੈ। ਅੱਜ ਮੈਨੂੰ ਕੁਝ ਨਹੀਂ ਮਿਲਿਆ ਤਾਂ ਕੱਲ੍ਹ ਨੂੰ ਹੋ ਸਕਦਾ ਇਸ ਤੋਂ ਵੱਡਾ ਮਿਲ ਜਾਵੇ। ਪਰ ਜਦ ਜੀਵਨ ਨੂੰ ਹੀ ਤਿਆਗ ਦਿਆਂਗੇ ਤਾਂ ਫਿਰ ਇਸ ਦੁਨੀਆ ਵਿੱਚ, ਇਸ ਜ਼ਿੰਦਗੀ ਵਿੱਚ ਵਾਪਸ ਕਿਵੇਂ ਆਵਾਂਗੇ? ਸੰਦੀਪ ਨੂੰ ਸ਼ਾਇਦ ਖੁਸ਼ੀ ਜ਼ਰੂਰ ਹੋਈ ਹੋਵੇਗੀ, ਜਿਵੇਂ ਲੋਕ ਕਹਿੰਦੇ ਨੇ ਕਿ ਸਮਝੌਤਾ ਹੋ ਗਿਆ, ਪਿਤਾ ਜੀ ਮੰਨ ਗਏ 1.5 ਲੱਖ ਰੁਪਇਆ ਦੇਣ ਨੂੰ। ਪਰ ਤਿਲ ਤਿਲ ਜੋ ਉਸ ਦੀ ਵਾਈਫ ਮਰੇਗੀ ਆਖਰੀ ਸਾਹ ਤੱਕ ਕਿ ਮੈਨੂੰ ਮੇਰੀ ਗਊ ਨਹੀਂ ਮਿਲਣੀ, ਉਸ ਦਾ ਪੁੱਤਰ ਜਿਹਨੂੰ ਹਰ ਘੜੀ ਆਪਣੇ ਪਿਓ ਦੀ ਜ਼ਰੂਰਤ ਪੈਣੀ ਜਦ ਉਹਨੇ ਜਵਾਨ ਹੋਣਾ, ਉਹ ਕਿੱਥੋਂ ਸਲਾਹ ਮਸ਼ਵਰੇ ਲਵੇਗਾ? ਕਿਹਦੇ ਨਾਲ ਦਿਲ ਦੇ ਦੁੱਖ ਸਾਂਝੇ ਕਰੇਗਾ? ਉਹ ਕਦੋਂ ਇਹ ਚੀਜ਼ ਕਹੇਗਾ ਕਿ ਪਿਓ ਪੁੱਤ ਦੀ ਯਾਰੀ ਬੜੀ ਅਨਮੁੱਲੀ ਹੁੰਦੀ ਹੈ? ਇਸ ਕਰਕੇ ਸਮਝਣਾ ਚਾਹੀਦਾ। ਮਾफ़ ਕਰਨਾ ਜੇ ਕਿਸ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗ ਰਹੀਆਂ ਹੋਣ, ਪਰ ਤੁਸੀਂ ਆਪਣੀ ਲਾਈਫ ਦੇ ਹੀਰੋ ਹੋ ਮੇਰੇ ਦੋਸਤ। ਤੁਸੀਂ ਆਪਣੀ ਮਾਂ ਲਈ, ਆਪਣੀ ਵਾਈਫ ਲਈ, ਆਪਣੇ ਪਿਤਾ ਲਈ ਹੀਰੋ। ਜੇ ਤੁਹਾਡਾ ਪਿਓ ਡਾਂਟਦਾ ਤਾਂ ਉਹਦੇ ਮਨ 'ਚ ਇੱਕੋ ਹੀ ਵਿਚਾਰ ਹੁੰਦਾ ਕਿ ਮੇਰਾ ਪੁੱਤ ਸਭ ਤੋਂ ਵੱਧ ਨਿਖਰ ਕੇ ਅੱਗੇ ਆਵੇ। ਪਰ ਜਦ ਤੁਸੀਂ ਜ਼ਿੰਦਗੀ ਨੂੰ ਖ਼ਤਮ ਹੀ ਕਰ ਲਓਗੇ ਤਾਂ ਸਭ ਕੁਝ ਖ਼ਤਮ ਹੈ। ਕੋਈ ਰੀਟੇਕ ਨਹੀਂ, ਕੋਈ ਐਡਿਟ ਨਹੀਂ, ਕੋਈ ਫਿਲਟਰ ਨਹੀਂ, ਸਭ ਕੁਝ ਖ਼ਤਮ। ਔਰ ਇਹ ਅਪਰਾਧ ਹੈ। ਸਰਕਾਰ ਵੀ ਇਸ ਨੂੰ ਅਪਰਾਧ ਮੰਨਦੀ ਹੈ, ਸੰਵਿਧਾਨ ਵੀ ਇਸ ਨੂੰ ਅਪਰਾਧ ਮੰਨਦਾ ਹੈ ਅਤੇ ਕੁਦਰਤ ਵੀ ਇਸ ਨੂੰ ਅਪਰਾਧ ਮੰਨਦੀ ਹੈ, ਕਿਉਂਕਿ ਨੈਚੁਰਲ ਡੈਥ ਇੱਕ ਅਲੱਗ ਚੀਜ਼ ਹੈ। ਅਸੀਂ ਹਰ ਰੋਜ਼ ਸੰਘਰਸ਼ ਕਰਦੇ ਹਾਂ, ਲੜਦੇ ਹਾਂ ਕਿ ਜ਼ਿੰਦਗੀ ਨੂੰ ਹੋਰ ਲੰਬਾ ਚਲਾ ਸਕੀਏ, ਪਰ ਜ਼ਿੰਦਗੀ ਨੂੰ ਖ਼ਤਮ ਕਰਨਾ, ਇਸ ਨੂੰ ਬੇਵਕੂਫੀ ਕਹਿੰਦੇ ਨੇ। ਔਰ ਉਹ ਬੇਵਕੂਫੀ ਜਿਸ ਦਾ ਖਾਮਿਆਜ਼ਾ ਸਾਡੇ ਪਰਿਵਾਰ ਨੂੰ ਝੱਲਣਾ ਪੈਂਦਾ ਹੈ,
ਪਰਿਵਾਰ ਨੂੰ ਜਿਹਦੇ ਹੇਠਾਂ ਗੁਜ਼ਰਨਾ ਪੈਂਦਾ। ਪਰਮਾਤਮਾ ਸੰਦੀਪ ਦੀ ਆਤਮਾ ਨੂੰ ਸ਼ਾਂਤੀ ਦੇਵੇ। ਪਰ ਇਹ ਵੀਡੀਓ ਇਸ ਲਈ ਬਣਾਈ ਗਈ ਹੈ, ਤੁਹਾਨੂੰ ਇਸ ਕਰਕੇ ਮੰਜ਼ਰ ਦਿਖਾਇਆ ਗਿਆ ਤਾਂ ਜੋ ਤੁਸੀਂ ਅੰਦਾਜ਼ਾ ਲਗਾ ਸਕੋ ਕਿ ਤੁਹਾਡੇ ਜਾਣ ਤੋਂ ਬਾਅਦ ਪਰਿਵਾਰ ਦੇ ਦਿਲ 'ਤੇ ਕੀ ਬੀਤਦੀ ਹੈ। ਔਰ ਤੁਸੀਂ ਇਕੱਲੇ ਨਹੀਂ ਮਰਦੇ, ਤੁਹਾਡੇ ਨਾਲ ਤੁਹਾਡਾ ਪਰਿਵਾਰ ਵੀ ਮਰ ਜਾਂਦਾ ਹੈ। ਤੁਸੀਂ ਤਾਂ ਇੱਕ ਵਾਰੀ ਜ਼ਿੰਦਗੀ ਨੂੰ ਖ਼ਤਮ ਕਰ ਦਿੰਦੇ ਹੋ, ਪਰ ਪਰਿਵਾਰ ਤਿਲ ਤਿਲ ਆਖਰੀ ਸਾਹ ਤੱਕ ਮਰਦਾ। ਬਣੇ ਰਹਿਣਾ ਬੀਬੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ। ਉਮੀਦ ਕਰਦਾ ਕਿ ਜਿਹੜਾ ਮੈਸੇਜ ਮੈਂ ਤੁਹਾਡੇ ਤੱਕ ਡਿਲੀਵਰ ਕਰਨਾ ਚਾਹੁੰਦਾ ਸੀ ਉਹ ਪਹੁੰਚਿਆ ਹੋਵੇਗਾ। ਸਤਿ ਸ਼੍ਰੀ ਅਕਾਲ।